ਖੇਤਾਂ ਦੇ ਪੁੱਤ ਉੱਠੇ ਆਪਣੇ ਖੇਤ ਬਚਾਉਣ ਲਈ, ਸੜਕਾਂ ਉੱਤੇ ਆ ਗਏ ਆਪਣੀ ਆਵਾਜ਼ ਸੁਣਾਉਣ ਲਈ। ਜਾਗ ਪਈ ਹੈ ਸੌਂਦੀ ਜਾਂਦੀ ਅਣਖ ਜਵਾਨੀ ਦੀ, ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਵਿੱਚ ਲਹਿਰ ਕਿਸਾਨੀ ਦੀ। ਸੋ ਹਰਭਜਨ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਇਹ ਗੀਤ ਆਇਆ। ਕਵੀ ਹੁੰਦਾ ਜਾਂ ਇੱਕ ਲਿਖਾਰੀ ਹੁੰਦਾ, ਉਹ ਮਾਹੌਲ ਦੇ ਵਿੱਚ ਵਿਚਰਦਾ ਤਾਂ ਕੁਛ ਨਾ ਕੁਛ ਲਿਖਣ ਦੀ ਕੋਸ਼ਿਸ਼ ਕਰਦਾ। ਬਤੌਰ ਗੀਤਕਾਰ ਜਾਂ ਬਤੌਰ ਲੇਖਕ ਜਿਹਦਾ ਫਰਜ਼ ਬਣਦਾ ਹੁੰਦਾ ਸਾਡਾ ਕਲਾਕਾਰਾਂ ਦਾ, ਲੇਖਕਾਂ ਦਾ, ਤਾਂ ਇਸ ਯੱਗ ਦੇ ਵਿੱਚ ਕਹਿ ਲਓ, ਇਸ ਸੰਘਰਸ਼ ਦੇ ਵਿੱਚ ਕਹਿ ਲਓ, ਆਪਣੀ ਕਲਮ ਦੇ ਜ਼ਰੀਏ, ਆਪਣੀ ਲਿਖਤ ਦੇ ਜ਼ਰੀਏ ਮੈਂ ਵੀ ਕੋਈ ਯੋਗਦਾਨ ਪਾ ਸਕਿਆ। ਇਸ ਤਰ੍ਹਾਂ ਦੇ ਜਿਹੜੇ ਸੰਘਰਸ਼ ਨੇ, ਇਸ ਤਰ੍ਹਾਂ ਦੀਆਂ ਲਹਿਰਾਂ ਨੇ, ਉਹ ਤੁਹਾਡੇ ਅੰਦਰੋਂ ਬਹੁਤ ਕੁਝ ਹਲਾਉਣ ਦੀਆਂ ਤੁਹਾਨੂੰ ਜਗਾਉਂਦੀਆਂ। ਜਿਹੜੇ ਸਿਆਸੀ ਆਗੂਆਂ ਤੋਂ ਡਰ ਹੁੰਦਾ ਸੀ ਸਵਾਲ ਪੁੱਛਣ ਤੇ, ਕਿ ਸਵਾਲ ਪੁੱਛ ਲਿਆ ਜਾਂ ਕੋਈ ਗੱਲਬਾਤ ਕਰ ਲਈ, ਕੋਈ ਉਲਟਾ ਸਿੱਧਾ ਕੁਝ ਪੁੱਛ ਲਿਆ ਤਾਂ ਪਰਚਾ ਨਾ ਹੋ ਜੇ, ਤਾਂ ਪਰ ਉਹੀ ਲੋਕ ਹੁਣ ਵਿਰੋਧ ਕਰਦੇ ਨਜ਼ਰ ਆ ਰਹੇ ਆ। ਵੱਡੇ ਪੱਧਰ ਤੇ ਵਿਰੋਧ ਹੋ ਰਿਹਾ, ਪਰਚਿਆਂ ਦਾ ਡਰ ਤਾਂ ਖਤਮ ਹੀ ਹੋ ਗਿਆ। ਕਹਿੰਦੇ ਸੀ ਜੋ ਲੱਗ ਗਿਆ ਹੈ ਚਿੱਟੇ ਤੇ ਜਾਂ ਬੜਕਾਂ ਤੇ, ਦੇਖੋ ਉਹੀ ਯੂਥ ਆ ਗਿਆ ਝੰਡੇ ਚੁੱਕ ਕੇ ਸੜਕਾਂ। ਇਹ ਜਿਹੜੀਆਂ ਲਹਿਰਾਂ ਨੇ ਇਹ ਬਹੁਤ ਵੱਡਾ ਅਸਰ ਛੱਡਦੀਆਂ, ਔਰ ਇਹਦਾ ਅਸਰ ਹੁਣ ਨਹੀਂ, ਇਹਦਾ ਅਸਰ ਪੀੜ੍ਹੀਆਂ ਤੱਕ ਜਾਣਾ। ਜਦੋਂ ਜ਼ਿੱਦ ਤੇ ਕੋਈ ਬੰਦਾ ਆ ਜੇ, ਉਹ ਫਿਰ ਉਹ ਲੌਜਿਕ ਵਾਲੀ ਗੱਲ ਤਾਂ ਖਤਮ ਹੋ ਗਈ, ਕਿਉਂਕਿ ਲੌਜਿਕ ਦੀ ਗੱਲ ਤਾਂ ਉਹਨਾਂ ਨੇ ਸਾਰੀ ਗੱਲ ਦੱਸਤੀ। ਕਿਸਾਨ ਅੰਦੋਲਨ ਨੂੰ ਵੱਡੇ ਪੱਧਰ ਤੇ ਮਦਦ ਕੀਤੀ ਹੈ ਗਾਇਕਾਂ ਨੇ ਵੀ, ਕਵੀਆਂ ਨੇ ਵੀ, ਲਿਖਾਰੀਆਂ ਨੇ ਵੀ, ਕਿਉਂਕਿ ਕਿਸਾਨੀ ਸੰਘਰਸ਼ ਦੇ ਗੀਤ ਵੱਜਦੇ ਹੋਏ ਨਜ਼ਰ ਆਏ, ਜੋਸ਼ ਵਧਾਉਂਦੇ ਹੋਏ ਨਜ਼ਰ ਆਏ ਔਰ ਬੂਸਟ ਮਿਲਿਆ। ਲੋਕ ਖਿੱਚੇ ਚਲੇ ਆਏ ਧਰਨੇ ਵੱਲ ਨੂੰ। ਸਾਡੇ ਨਾਲ ਬਾਈ ਮਨਪ੍ਰੀਤ ਸਿੰਘ ਟਿਵਾਣਾ ਮੌਜੂਦ ਨੇ, ਬਾ ਕਮਾਲ ਕਲਮ। ਤੁਸੀਂ ਇਹਨਾਂ ਦੇ ਲਿਖੇ ਗੀਤ ਬਹੁਤ ਸਾਰੇ ਆ ਥਾਵਾਂ ਤੇ ਸੁਣਦੇ ਹੋਵੋਗੇ। ਬਾਈ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ। ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਬਾਈ ਹੁਣੀ ਅੱਜ ਸਿੰਘੂ ਬਾਰਡਰ ਪਹੁੰਚੇ ਆ, ਸਟੇਜ ਤੇ ਵੀ ਜਾ ਕੇ ਆਏ। ਬਾਈ ਧੁਰ ਤੋਂ ਲੈ ਕੇ ਆਏ ਹੋਣੇ ਆ, ਕੀ ਮਹਿਸੂਸ ਕੀਤਾ? ਕਿਉਂਕਿ ਇੱਕ ਕਵੀ ਹੁੰਦਾ ਜਾਂ ਇੱਕ ਲਿਖਾਰੀ ਹੁੰਦਾ, ਉਹ ਮਾਹੌਲ ਦੇ ਵਿੱਚ ਵਿਚਰਦਾ ਤਾਂ ਕੁਛ ਨਾ ਕੁਛ ਲਿਖਣ ਦੀ ਕੋਸ਼ਿਸ਼ ਕਰਦਾ। ਕੀ ਸਮਝ ਕੀ ਆਇਆ ਧਰਨੇ ਦੇ ਵਿੱਚ ਆ ਕੇ? ਦੇਖੋ, ਮੈਂ ਕੋਈ ਪਹਿਲੀ ਵਾਰ ਨਹੀਂ ਆਇਆ, ਮੈਂ 6ਵੀਂ ਵਾਰੀ ਆਇਆ। ਪਹਿਲਾਂ ਵੀ ਆਇਆ ਸੀਗਾ, ਉਹ ਨਾ ਲਗਾਤਾਰ ਆਉਂਦੇ ਰਹੀ ਦਾ ਵਿੱਚ ਦੀ। ਤੇ ਐਸਾ ਮਾਹੌਲ ਸੀ ਪਹਿਲੇ ਦਿਨ ਤੋਂ, ਜਦੋਂ ਪਹਿਲੀ ਵਾਰੀ ਆਇਆ ਤਾਂ ਮੇਰੇ ਮਨ ਦੇ ਉੱਤੇ ਅਸਰ ਐਡਾ ਹੋਇਆ ਕਿ ਮੈਨੂੰ ਲੱਗਿਆ ਕਿ ਇਹ ਜਦੋਂ ਇੱਥੇ ਵੀ ਦੇਖਿਆ ਤੇ ਪੰਜਾਬ ਦੇ ਵਿੱਚ ਵੀ ਦੇਖਿਆ, ਸ਼ਹਿਰਾਂ 'ਚ ਵੀ ਦੇਖਿਆ, ਪਿੰਡਾਂ 'ਚ ਵੀ ਦੇਖਿਆ, ਤਾਂ ਮੇਰੇ ਮਨ 'ਚ ਇੱਕ ਗੱਲ ਆਈ ਕਿ ਇਹ ਲਹਿਰ ਹੈ, ਇੱਕ ਤਰ੍ਹਾਂ ਨਾਲ ਬਹੁਤ ਵੱਡੀ ਲਹਿਰ ਹੈ ਔਰ ਲੋਕਾਂ ਦੀ ਲਹਿਰ ਹੈ। ਤੇ ਫਿਰ ਮੈਨੂੰ ਵਿੱਚੋਂ ਗੱਲ ਔੜੀ ਕਿ ਖੇਤਾਂ ਦੇ ਪੁੱਤ ਉੱਠੇ ਆਪਣੇ ਖੇਤ ਬਚਾਉਣ ਲਈ, ਸੜਕਾਂ ਉੱਤੇ ਆ ਗਏ ਆਪਣੀ ਆਵਾਜ਼ ਸੁਣਾਉਣ ਲਈ। ਜਾਗ ਪਈ ਹੈ ਸੌਂਦੀ ਜਾਂਦੀ ਅਣਖ ਜਵਾਨੀ ਦੀ, ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਵਿੱਚ ਲਹਿਰ ਕਿਸਾਨੀ ਦੀ। ਸੋ ਹਰਭਜਨ ਮਾਨ ਸਾਹਿਬ ਦੀ ਆਵਾਜ਼ ਦੇ ਵਿੱਚ ਇਹ ਗੀਤ ਆਇਆ। ਸਭ ਵੱਲੋਂ ਬਹੁਤ ਸਤਿਕਾਰ ਮਿਲਿਆ ਔਰ ਮੈਨੂੰ ਇਸ ਗੱਲ ਦਾ ਬਹੁਤ ਸਕੂਨ ਮਿਲਿਆ ਕਿ ਮੈਂ ਏਡੇ ਵੱਡਾ ਜਿਹੜਾ ਸੰਘਰਸ਼ ਹੈ, ਇਤਿਹਾਸਕ ਸੰਘਰਸ਼ ਹੈ ਇਹ, ਤੇ ਇਹਦਾ ਇੱਕ ਐਡਾ ਵੱਡਾ ਇਤਿਹਾਸ ਆਉਣ ਵਾਲੇ ਸਮੇਂ 'ਚ ਲਿਖਿਆ ਜਾਊਗਾ ਕਿ ਆਪਣੇ ਵੱਲੋਂ ਬਤੌਰ ਗੀਤਕਾਰ ਜਾਂ ਬਤੌਰ ਲੇਖਕ ਜਿਹਦਾ ਫਰਜ਼ ਬਣਦਾ ਹੁੰਦਾ ਸਾਡਾ ਕਲਾਕਾਰਾਂ ਦਾ, ਲੇਖਕਾਂ ਦਾ, ਤਾਂ ਇਸ ਯੱਗ ਦੇ ਵਿੱਚ ਕਹਿ ਲਓ, ਇਸ ਸੰਘਰਸ਼ ਦੇ ਵਿੱਚ ਕਹਿ ਲਓ, ਆਪਣੀ ਕਲਮ ਦੇ ਜ਼ਰੀਏ, ਆਪਣੀ ਲਿਖਤ ਦੇ ਜ਼ਰੀਏ ਮੈਂ ਵੀ ਕੋਈ ਯੋਗਦਾਨ ਪਾ ਸਕਿਆ। ਹੋਰ ਵੀ ਮੇਰੀਆਂ ਬਹੁਤ ਸਾਰੀਆਂ ਲਿਖਤਾਂ ਜਿਹੜੀਆਂ ਸੀਗੀਆਂ ਉਹ ਸੀ, ਮਤਲਬ ਮੈਂ ਲਿਖਦਾ ਰਿਹਾ, ਸੋਸ਼ਲ ਮੀਡੀਆ 'ਤੇ ਵੀ ਪਾਈ ਦੀਆਂ, ਕਿਤਾਬਾਂ 'ਚ ਵੀ ਪਬਲਿਸ਼ ਹੋਈਆਂ। ਸੋ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇਸ ਸਾਰੇ ਮਾਹੌਲ ਨੇ ਜੋ ਅੰਦਰ ਇੱਕ ਨਵੀਂ ਇੱਕ ਚੇਤਨਾ ਪੈਦਾ ਕੀਤੀ, ਇੱਕ ਸੰਵੇਦਨਾ ਪੈਦਾ ਕੀਤੀ ਹੈ। ਮਹਿਸੂਸ ਹੋਇਆ ਕਿ ਇਸ ਤਰ੍ਹਾਂ ਦੇ ਜਿਹੜੇ ਸੰਘਰਸ਼ ਨੇ, ਇਸ ਤਰ੍ਹਾਂ ਦੀਆਂ ਲਹਿਰਾਂ ਨੇ, ਉਹ ਤੁਹਾਡੇ ਅੰਦਰੋਂ ਬਹੁਤ ਕੁਝ ਹਲਾਉਣ ਦੀਆਂ ਤੁਹਾਨੂੰ ਜਗਾਉਂਦੀਆਂ ਨੇ। ਇਹ ਇਸ ਚੇਤਨਾ ਦਾ ਹੀ ਕਰਕੇ ਬਦਲਾਅ ਨਜ਼ਰ ਆ ਰਿਹਾ ਕਿ ਜਿਹੜੇ ਸਿਆਸੀ ਆਗੂਆਂ ਤੋਂ ਡਰ ਹੁੰਦਾ ਸੀ ਸਵਾਲ ਪੁੱਛਣ ਤੇ, ਕਿ ਸਵਾਲ ਪੁੱਛ ਲਿਆ ਜਾਂ ਕੋਈ ਗੱਲਬਾਤ ਕਰ ਲਈ, ਕੋਈ ਉਲਟਾ ਸਿੱਧਾ ਕੁਝ ਪੁੱਛ ਲਿਆ ਤਾਂ ਪਰਚਾ ਨਾ ਹੋ ਜੇ, ਤਾਂ ਪਰ ਉਹੀ ਲੋਕ ਹੁਣ ਵਿਰੋਧ ਕਰਦੇ ਨਜ਼ਰ ਆ ਰਹੇ ਆ। ਵੱਡੇ ਪੱਧਰ ਤੇ ਵਿਰੋਧ ਹੋ ਰਿਹਾ, ਪਰਚਿਆਂ ਦਾ ਡਰ ਤਾਂ ਖਤਮ ਹੀ ਹੋ ਗਿਆ ਕਹਿੰਦੇ। ਜੀ ਨਹੀਂ, ਦੇਖੋ, ਮਸਲਾ ਇਕੱਲਾ ਇਹ ਨਹੀਂ ਕਿ ਸਿਰਫ ਪਰਚਿਆਂ ਦਾ ਡਰ ਜਾਂ ਸਿਆਸੀ ਆਗੂਆਂ ਦੀ ਗੱਲ ਹੈ। ਮਸਲਾ ਹੈ ਕਿ ਸਮੁੱਚੇ ਤੌਰ ਤੇ ਚੇਤਨਾ ਆਈ ਹੈ। ਆਪਾਂ ਨੂੰ ਆਪਣੀਆਂ ਫਸਲਾਂ ਦਾ, ਆਪਣੇ ਖੇਤਾਂ ਦਾ, ਆਪਣੀਆਂ ਨਸਲਾਂ ਦਾ ਚੇਤਾ ਆਇਆ। ਚੰਡੀਗੜ੍ਹ ਵਰਗੇ ਵੱਡੇ ਸ਼ਹਿਰ ਦੇ ਵਿੱਚ ਵੀ ਮੈਂ ਵੱਡੀਆਂ ਗੱਡੀਆਂ ਤੇ ਕਿਸਾਨੀ ਝੰਡੇ ਨਜ਼ਰ ਆਏ। ਉਹਦੇ ਵਿੱਚ ਵੀ ਮੈਂ ਲਿਖਿਆ, ਸਾਰਾ ਗੀਤ ਹੀ ਉਹ ਇਸ ਤਰ੍ਹਾਂ ਦਾ, ਹੁਣ ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ, ਸਭ ਨੇ ਸੁਣੇ ਹੀ ਹੈ। ਸੋ ਇਸ ਤਰ੍ਹਾਂ ਦੀ ਗੱਲ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਚੇਤਨਾ, ਉਹ ਇਸ ਤਰ੍ਹਾਂ ਦੀਆਂ ਲਹਿਰਾਂ ਪੈਦਾ ਕਰਦੀਆਂ। ਔਰ ਮੈਂ ਲਿਖਿਆ ਸੀ ਇੱਕ ਥਾਂ ਦੇ ਉੱਤੇ ਬਾਅਦ ਦੇ ਵਿੱਚ ਕਿ ਕਹਿੰਦੇ ਸੀ ਜੋ ਲੱਗ ਗਿਆ ਹੈ ਚਿੱਟੇ ਤੇ ਜਾਂ ਬੜਕਾਂ ਤੇ, ਦੇਖੋ ਉਹੀ ਯੂਥ ਆ ਗਿਆ ਝੰਡੇ ਚੁੱਕ ਕੇ ਸੜਕਾਂ 'ਤੇ, ਹੈ ਨਾ। ਸੋ ਹੈ ਫਿਰ ਮੈਂ ਲਿਖਿਆ ਸੀ ਕਿ ਛਿੜ ਜਦ ਪੁੱਠੇ ਰਾਗ ਪਏ ਨੇ, ਖੇਤਾਂ ਦੇ ਪੁੱਤ ਜਾਗ ਪਏ ਨੇ, ਗੰਨੇ ਚੁੱਕ ਲੈ ਜਾਣਾ, ਫੂਕ ਦਿਆਂਗੇ ਆਗ ਪਏ ਨੇ, ਹੈ ਨਾ। ਫਿਰ ਉਹਦੇ ਵਿੱਚ ਲਿਖਿਆ ਇੱਕ ਥਾਂ 'ਤੇ ਕਿ ਲਾਗ ਨਹੀਂ ਲੈਣਾ ਕੀਮਤ ਲੈਣੀ, ਲਾਗ ਨਹੀਂ ਲੈਣਾ ਕੀਮਤ ਲੈਣੀ, ਆ ਚੁੱਕ ਤੇਰੇ ਲਾਗ ਪਏ ਨੇ, ਆਖ ਟਿਵਾਣੇ ਸੁਣ ਜਰਵਾਣੇ, ਦਿਲ ਦੇ ਵਿੱਚ ਵਿਰਾਗ ਪਏ ਨੇ। ਸੋ ਇਹ ਜਿਹੜੀਆਂ ਲਹਿਰਾਂ ਨੇ ਇਹ ਬਹੁਤ ਵੱਡਾ ਅਸਰ ਛੱਡਦੀਆਂ ਔਰ ਇਹਦਾ ਅਸਰ ਹੁਣ ਨਹੀਂ,
ਇਹਦਾ ਅਸਰ ਪੀੜ੍ਹੀਆਂ ਤੱਕ ਜਾਣਾ, ਬਹੁਤ ਲੰਮਾ ਸਮਾਂ ਜਾਣਾ। ਜਿਸ ਤਰ੍ਹਾਂ ਆਪਾਂ ਆਜ਼ਾਦੀ ਸੰਘਰਸ਼ ਦੀਆਂ ਗੱਲਾਂ ਆਪਾਂ ਪੜ੍ਹਦੇ ਹਾਂ ਕਿਤਾਬਾਂ ਦੇ ਵਿੱਚ, ਇਸ ਸੰਘਰਸ਼ ਦਾ ਔਰ ਇਸ ਸੰਘਰਸ਼ ਦੇ ਸ਼ਹੀਦਾਂ ਦੀ ਸ਼ਹਾਦਤ ਦਾ ਇਹ ਜਿਹੜਾ ਇਤਿਹਾਸ ਬਣਨਾ, ਇਹਦਾ ਬਹੁਤ ਸਦੀਆਂ ਤੱਕ, ਕਈ ਪੀੜ੍ਹੀਆਂ ਤੱਕ ਅਸਰ ਰਹਿਣਾ। ਸਰਕਾਰ 'ਚ ਹਿਲਜੁਲ ਹੁੰਦੀ ਹੋਈ ਨਜ਼ਰ ਆਉਂਦੀ ਹੈ। ਸਰਕਾਰ ਕਹਿ ਰਹੀ ਹੈ ਕਿ ਉਸੇ ਗਲਤੀ ਹੈ, ਪਰ ਕਈ ਵਾਰ ਬਿਆਨਬਾਜ਼ੀਆਂ ਆ ਜਾਂਦੀਆਂ, ਗੱਲ ਕਰਨ ਨੂੰ ਤਿਆਰ ਆ, ਪਰ ਕਹਿੰਦੇ ਕਿ ਉਹ ਗੱਲ ਉੱਥੇ ਰੱਖ ਕੇ ਆਉਣ ਕਿ ਕਾਨੂੰਨ ਰੱਦ ਕਰਾ ਕੇ ਆਉਣਾ, ਕਹਿੰਦੇ ਸੋਧਾਂ ਕਰਨ ਨੂੰ ਤਿਆਰ ਆ। ਜੀ ਦੇਖੋ, ਗੱਲ ਇਹ ਹੈ ਕਿ ਲੋਕਾਂ ਦੀ ਲਹਿਰ ਹੈ, ਲੋਕ ਵੱਡੇ ਹੁੰਦੇ ਹਮੇਸ਼ਾ, ਔਰ ਲੋਕਤੰਤਰ ਹੈ ਸਾਡਾ ਮੁਲਕ, ਜਿਹੜਾ ਲੋਕਤਾਂਤਰਿਕ ਮੁਲਕ ਹੈ। ਹਰ ਬੰਦੇ ਨੂੰ ਆਪਦੀ ਗੱਲ ਕਰਨ ਦਾ ਹੱਕ ਹੈ, ਔਰ ਹੱਕ ਮੰਗ ਰਹੇ ਹਾਂ ਅਸੀਂ ਕੋਈ ਐਸੀ ਚੀਜ਼ ਨਹੀਂ ਮੰਗ ਰਹੇ। ਇਹ ਕਿਸਾਨ ਜਿਹੜੇ ਬੀਬੀਆਂ, ਮਾਈਆਂ, ਬਜ਼ੁਰਗ ਬੈਠੇ ਹੈ, ਇਹ ਬੱਚੇ ਵੀ ਕਈ ਵਾਰ ਹੈਗੇ, ਤਾਂ ਇਹ ਆਪਦਾ ਹੱਕ ਮੰਗ ਰਹੇ ਹੈ। ਹੱਕ ਮੰਗਣਾ ਤਾਂ ਕੋਈ ਗੁਨਾਹ ਨਹੀਂ, ਕੋਈ ਗਲਤ ਗੱਲ ਥੋੜੀ ਮੰਗ ਰਹੇ, ਔਰ ਇਹ ਮੰਨਣਾ ਪਊਗਾ, ਇਹ ਮੰਨਣਾ ਪਊਗਾ। ਮੈਂ ਉਹ ਲਿਖਿਆ ਵੀ ਸੀਗਾ ਕਿ ਇਹ ਲੋਕਾਂ ਦੀ ਲਹਿਰ ਟਿਵਾਣੇ ਧੋਣੇ ਧੋਵੇਗੀ, ਜਦ ਤੱਕ ਦੁਨੀਆ ਰਹੂ ਤਾਂ ਗੱਲ ਪੰਜਾਬ ਦੀ ਹੋਵੇਗੀ। ਸੋ ਇਹ ਲੋਕਾਂ ਦੀ ਲਹਿਰ ਹੈ, ਇਹਦੇ ਅੱਗੇ ਜਿਹੜੀ ਗਲਤ ਗੱਲ ਹੈ ਉਹ ਗਲਤ ਹੀ ਹੈ, ਜਿਹੜੀ ਠੀਕ ਗੱਲ ਹੈ ਉਹ ਠੀਕ ਹੈ। ਸਰਕਾਰ ਨੂੰ ਇਹ ਕਾਨੂੰਨ ਰੱਦ ਕਰਨੇ ਹੀ ਪੈਣਗੇ। ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਨਜ਼ਰ ਆਉਂਦਾ ਬਾਈ? ਪਿੰਡਾਂ ਦੇ ਵਿੱਚ ਤਾਂ ਕਹਿੰਦੇ ਕਿ ਬਾਕਮਾਲ ਜਾਗਰਤੀ ਆਉਂਦੀ ਹੋਈ ਨਜ਼ਰ ਆ ਰਹੀ ਹੈ ਲੋਕਾਂ ਦੇ ਵਿੱਚ, ਪਰ ਉੱਥੇ ਹੀ ਪਿੰਡਾਂ ਦੇ ਲੋਕ ਕਹਿੰਦੇ ਉੱਠ ਕੇ ਸਿਆਸੀ ਰੈਲੀ ਹੁੰਦਾ ਕਿ ਆਪਾਂ ਨਾ ਬਹੁਤ ਛੇਤੀ ਕਿਸੇ ਚੀਜ਼ ਤੇ ਰਿਐਕਟ ਵੀ ਬਹੁਤ ਛੇਤੀ ਕਰਦੇ ਹਾਂ, ਔਰ ਬਹੁਤ ਛੇਤੀ ਉਹਨੂੰ ਫਿਰ ਥੋੜਾ ਜਿਹਾ ਵਿਸਾਰ ਵੀ ਛੇਤੀ ਦਿੰਦੇ ਆ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਮੇਰੀ ਅਪੀਲ ਵੀ ਹੈ ਸਾਰਿਆਂ ਨੂੰ, ਹੱਥ ਜੋੜ ਕੇ ਮੈਂ ਤਾਂ ਅਪੀਲ ਹੀ ਕਰ ਸਕਦਾ, ਕਿਉਂਕਿ ਮੈਂ ਛੋਟਾ ਉਮਰ 'ਚ ਵੀ ਆਪਾਂ ਦੇਖੋ, ਚਲੋ ਕਿਸੇ ਵੀ ਸਿਆਸੀ ਪਾਰਟੀ ਨੂੰ ਮੰਨਣਾ, ਕਿਸੇ ਵੀ ਸਿਆਸੀ ਦਲ ਦੇ ਨਾਲ ਖੜਨਾ, ਉਹ ਹਰ ਬੰਦੇ ਜਿੱਥੇ ਵੋਟ ਪਾਉਣੀ ਹੈ ਉਹਦਾ ਆਪਦਾ ਇੱਕ ਅਖਤਿਆਰ ਹੈ, ਹੱਕ ਹੈ ਉਹਦਾ। ਲੇਕਿਨ ਆਪਣਾ ਜਿਹੜਾ ਧਿਆਨ ਸਾਰਾ ਕੇਂਦਰਤ ਉਹ ਇਸ ਗੱਲ ਤੇ ਹੋਣਾ ਚਾਹੀਦਾ ਕਿ ਜਿਹੜਾ ਐਡਾ ਵੱਡਾ ਸੰਘਰਸ਼ ਹੈ, ਜਿਹਦੇ ਲਈ ਐਡੀਆਂ ਕੁਰਬਾਨੀਆਂ ਹੋਈਆਂ, ਇੰਨੀਆਂ ਸ਼ਹਾਦਤਾਂ ਹੋਈਆਂ, ਇਸ ਸੰਘਰਸ਼ ਨੂੰ ਢਾਹ ਨਾ ਲੱਗੇ। ਜਦੋਂ ਅਸੀਂ ਹੋਰ ਪਾਸੇ ਆਪਦਾ ਧਿਆਨ ਲਾਵਾਂਗੇ ਤਾਂ ਇਸ ਸੰਘਰਸ਼ ਨੂੰ ਢਾਹ ਲੱਗੂਗੀ। ਸਾਨੂੰ ਆਉਣਾ ਚਾਹੀਦਾ, ਜਿਹੜਾ ਸਾਡਾ ਭਾਈਚਾਰਾ, ਕਲਾਕਾਰ ਭਾਈਚਾਰਾ, ਉਹ ਵੀ ਆਉਂਦਾ ਸਮੇਂ-ਸਮੇਂ 'ਤੇ, ਹੋਰ ਨੌਜਵਾਨਾਂ ਨੂੰ ਵੀ, ਜਾਂ ਜਿਹੜੇ ਹੋਰ ਵੀ ਜਿਹੜੇ ਲੋਕ ਪਿੰਡ ਦੇ ਵਿੱਚ ਬੈਠੇ ਆ। ਹੁਣ ਇਸ ਰੁੱਤ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਕੰਮ ਨਹੀਂ ਹੈ, ਰੂਟੀਨ ਦੇ ਕੰਮ ਨੇ, ਸੋ ਜ਼ਰੂਰ ਆਉਣਾ ਚਾਹੀਦਾ ਵੱਧ ਤੋਂ ਵੱਧ। 1 ਦਿਨ, 2 ਦਿਨ, 4 ਦਿਨ, 5 ਦਿਨ, ਹਫ਼ਤਾ, ਜਿੰਨਾ ਕੋਈ ਰਹਿ ਸਕਦਾ, ਚਾਹੇ ਉਹ ਪਿੰਡ ਦਾ ਚਾਹੇ ਕੋਈ ਸ਼ਹਿਰ ਦਾ, ਆਉਣਾ ਚਾਹੀਦਾ। ਕਿਸਾਨਾਂ ਦੀਆਂ ਗੱਲਾਂ ਕਰਨ ਵਾਸਤੇ ਜਦੋਂ ਕਿਸੇ ਨੇ ਜਾਣਾ ਹੁੰਦਾ ਸੀ, ਯੂਨੀਅਨ ਵਾਲਿਆਂ ਨੇ ਖਾਸ ਤੌਰ 'ਤੇ, ਤਾਂ ਕਹਿੰਦੇ ਕਿ ਟਾਈਮ ਲੈਣਾ ਔਖਾ ਹੋ ਜਾਂਦਾ ਸੀਗਾ, ਔਰ ਪਰ ਹੁਣ ਅੱਜ ਇਹ ਹੋ ਗਿਆ ਉਲਟਾ ਕਿ ਸਿਆਸੀ ਆਗੂਆਂ ਨੂੰ ਟਾਈਮ ਲੈਣਾ ਪੈ ਰਿਹਾ। ਇਹ ਵੀ ਇੱਕ ਵੱਡਾ ਬਦਲਾਅ। ਗੱਲਾਂ ਸਾਰੀਆਂ ਕਿਸਾਨੀ ਦੀਆਂ ਹੁੰਦੀਆਂ ਹੋਈਆਂ ਨਜ਼ਰ ਆਈਆਂ, ਜਾਂ ਫਿਰ ਕਹਿੰਦੇ ਕਿ ਪੰਜਾਬ ਦੇ ਨਾਲ, ਪੰਜਾਬ ਦੀ ਕਿਸਾਨੀ ਦੇ ਨਾਲ ਕਿਹੜਾ ਖੜੂਗਾ, ਔਰ ਨਾਲ ਹੀ ਕਿਹਾ ਕਿ ਜਿਹੜਾ ਨਾ ਖੜਦਾ ਨਜ਼ਰ ਆਇਆ ਅਸੀਂ ਉਹਨੂੰ ਕਿਸਾਨ ਵਿਰੋਧੀ ਐਲਾਨ ਦੇਣਾ। ਉਸ ਚੀਜ਼ ਨੂੰ ਲੈ ਕੇ ਵੀ ਵੱਡਾ ਡਰ ਪੈਦਾ ਹੋਇਆ ਲੋਕਾਂ ਨੇ ਰੈਲੀਆਂ ਤੇ ਬ੍ਰੇਕ ਲਾ ਦਿੱਤੀ ਆਪਦੀਆਂ ਤੇ। ਦੇਖੋ, ਇਹ ਮੈਨੂੰ ਲੱਗਦਾ ਹੁੰਦਾ ਕਿ ਜਿਹੜਾ ਸਮਾਂ ਨਾ ਉਹ ਬਹੁਤ ਵੱਡੇ ਮਸਲਿਆਂ ਦਾ ਹੱਲ ਕਰ ਦਿੰਦਾ। ਆਪਾਂ ਨੂੰ ਠੀਕ ਹੈ, ਅੱਜ ਤੋਂ 4 ਮਹੀਨੇ ਪਹਿਲਾਂ ਲੱਗਦਾ ਸੀ ਹੋਰ ਮਾਹੌਲ ਹੈ, ਅੱਜ ਹੋਰ ਮਾਹੌਲ ਲੱਗਦਾ, ਅੱਜ ਤੋਂ 4 ਮਹੀਨੇ ਬਾਅਦ, 6 ਮਹੀਨੇ ਬਾਅਦ ਹੋਰ ਹੋਊ। ਵਕਤ ਦਾ ਜਦੋਂ ਛਾਨਣਾ ਚੱਲਦਾ ਨਾ, ਉਹ 'ਚ ਬਹੁਤ ਸਾਰੀਆਂ ਚੀਜ਼ਾਂ ਕਿਰ ਜਾਂਦੀਆਂ, ਔਰ ਬਹੁਤ ਸਾਰੀਆਂ ਚੀਜ਼ਾਂ ਰਹਿ ਜਾਂਦੀਆਂ। ਜਿਹੜੀਆਂ ਰਹਿ ਜਾਂਦੀਆਂ ਉਹ ਜਿਹੜਾ ਇੱਕ ਬਿਹਤਰ ਚੀਜ਼ ਰਹਿ ਜਾਂਦੀ ਹੈ। ਵਕਤ ਨੇ ਛਾਨਣਾ ਲਾਉਣਾ, ਇਹਦੇ ਵਿੱਚ ਇਹ ਦੇਖਿਆ ਜਾਊਗਾ ਕਿ ਕਿਹੜਾ ਕਿੱਧਰ ਖੜਦਾ। ਸੋ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਇੱਕ ਬਹੁਤ ਵੱਡਾ ਇੱਕ ਇਨਕਲਾਬ ਕਹਿ ਲਓ, ਇੱਕ ਬਹੁਤ ਵੱਡੀ ਚੇਂਜ ਕਹਿ ਲਓ, ਇੱਕ ਬਹੁਤ ਵੱਡੀ ਜਾਗਰਤੀ ਕਹਿ ਲਓ, ਔਰ ਬਿਹਤਰ ਸਮਾਂ ਆਊਗਾ ਜਿਹਦੇ ਵਿੱਚ ਆਪਣੇ ਆਪ ਹੀ, ਜਿਵੇਂ ਕਹਿੰਦੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ, ਇਹ ਨਿੱਤਰ ਜਾਣਾ ਸਾਰਾ ਕੁਝ। ਹੋ ਰਹੀ ਹੈ ਪਰਖ ਦਾ ਸਮਾਂ, ਪਰਖ ਦਾ ਸਮਾਂ, ਇਹ ਔਰ ਪਰਖ ਦਾ ਸਮਾਂ ਇਸ ਤਰ੍ਹਾਂ ਦਾ ਮੈਂ ਕਹਿੰਦਾ ਆਉਣਾ ਚਾਹੀਦਾ। ਪਤਾ ਲੱਗਦਾ ਕਿਹੜਾ ਕਿੱਧਰ ਖੜਾ, ਠੀਕ ਹੈ ਨਾ। ਸੋ ਇਹ ਹੈ, ਬਾਕੀ ਇਹ ਕਿ ਸਮਾਂ ਜਿਹੜਾ ਹੈ ਉਹ ਬਹੁਤ ਬਲਵਾਨ ਹੈ, ਉਹਨੇ ਸਾਰਾ ਕੁਝ ਆਪਣੇ ਆਪ ਸੈੱਟ ਕਰ ਦੇਣਾ। ਇਹ ਸਾਰਾ ਕੁਝ ਜਿਹੜੀ ਹਿਲਜੁਲ ਹੋ ਰਹੀ ਹੈ ਅੱਜ ਮਹਿਸੂਸ ਹੋ ਰਹੀ ਹੈ ਵੀ ਹੋ ਰਹੀ ਹੈ, ਨਹੀਂ ਹੋਣੀ ਚਾਹੀਦੀ, ਆਪਾਂ ਵੀ ਕਹਿੰਦੇ ਹਾਂ, ਲੇਕਿਨ ਤੁਸੀਂ ਦੇਖੋਗੇ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਿੱਤਰ ਕੇ ਆਊਗਾ, ਮੇਰਾ ਯਕੀਨ ਹੈ। ਪਰ ਬਈ ਇੱਕ, ਹਾਲਾਂਕਿ ਤੁਸੀਂ ਕੋਈ ਪੋਲੀਟੀਕਲ ਬੰਦੇ ਵੀ ਨਹੀਂ ਗਏ, ਪਰ ਫਿਰ ਵੀ ਮੇਰਾ ਇੱਕ ਸਵਾਲ ਹੈ ਕਿ ਜਿਸ ਹਿਸਾਬ ਨਾਲ ਤੁਹਾਨੂੰ ਠੀਕ ਲੱਗੇ ਜਵਾਬ ਦੇ ਦਿਓ। ਬੀਜੇਪੀ ਦੇ ਆਗੂ ਹਜੇ ਵੀ ਇਸੇ ਗੱਲ ਤੇ ਨੇ ਕਿ ਅਸੀਂ ਤਾਂ ਬਹੁਤ ਵੱਡੀ ਲਹਿਰ ਸਾਡੀ ਉੱਠ ਰਹੀ ਹੈ, ਔਰ ਹਜੇ ਵੀ ਕੱਲ ਇੱਕ ਬਿਆਨ ਆਇਆ ਸੀ, ਸਰਦਾਰ ਸਾਹਿਬ ਸੀਗੇ ਕੋਈ, ਔਰ ਉਹ ਕਹਿ ਰਹੇ ਕਿ ਜੇ ਤਾਂ ਇਹ ਤਾਂ ਮੋਦੀ ਸਾਹਿਬ ਹੈ, ਕਹਿੰਦੇ ਕਿ ਮੈਂ ਜੇ ਹੁੰਦਾ ਤਾਂ ਕਿਸਾਨਾਂ ਨੂੰ ਡੰਡੇ ਮਾਰ ਕੇ ਭਜਾ ਦਿੰਦਾ। ਉਹੀ ਪੰਜਾਬ ਦਾ ਹੀ ਉਹਨਾਂ ਨੇ ਅੰਨ ਖਾਧਾ, ਪੰਜਾਬ ਦੇ ਹੀ ਉਹ ਨਿਵਾਸੀ ਨੇ, ਬੀਜੇਪੀ ਪੰਜਾਬ ਦੇ ਮੈਂਬਰ ਨੇ, ਤਾਂ ਕਿਸ ਤਰ੍ਹਾਂ ਦੇਖਿਆ ਜਾਵੇ? ਆਪਣੇ ਬੰਦੇ ਕਿਹਾ ਜਾਂਦਾ ਹੈ ਕਿ ਜੋ ਦੂਜੇ ਧੜਿਆਂ ਦੇ ਵਿੱਚ ਜਾ ਕੇ ਖੜ ਜਾਂਦੇ ਕਿਸਾਨਾਂ ਨੂੰ ਵੀ, ਖਾਸ ਤੌਰ ਤੇ ਬਹੁਤ ਸਾਰੇ ਕਿਸਾਨਾਂ ਨਾਲ ਮੈਂ ਗੱਲ ਕੀਤੀ, ਉਹਨਾਂ ਨੂੰ ਵੀ ਇਤਰਾਜ਼ ਸੀ, ਉਹ ਕਹਿੰਦੇ ਕਿ ਇਦਾਂ ਦੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਸੀ ਉਹਨਾਂ ਨੂੰ ਵੀ। ਨਹੀਂ, ਬਿਲਕੁਲ, ਕੋਈ ਵੀ ਜਿਹੜੀ ਗੱਲ ਆ, ਦੇਖੋ ਜੇ ਆਪਣੀ ਕੋਈ ਗੱਲ ਰੱਖਣ ਦਾ, ਕੋਈ ਗੱਲ ਕਿਸੇ ਪਲੇਟਫਾਰਮ ਤੇ ਆਪਾਂ ਗੱਲ ਕਰਨੀ ਆ, ਉਹਦਾ ਇੱਕ ਤਰੀਕਾ, ਤੁਸੀਂ ਜੇ ਕੋਈ ਆਪਦੀ ਗੱਲ ਕਰਨੀ ਚਾਹੁੰਦੇ ਹੋ, ਉਹ ਤੁਸੀਂ ਇਹ ਗੱਲ ਨੂੰ ਇੱਕ ਠੀਕ ਤਰੀਕੇ ਨਾਲ ਸਾਰਥਕ ਸ਼ਬਦਾਂ 'ਚ ਗੱਲ ਕਹਿ ਸਕਦੇ ਹੋ। ਇਹ ਥੋੜੀ ਗੱਲ ਹੈ ਕਿ ਤੁਹਾਡੀ ਗੱਲ ਸਹੀ ਹੈ ਬਾਕੀ ਗੱਲਾਂ ਗਲਤ ਹੈ। ਜਿਹੜੇ ਬਜ਼ੁਰਗ ਇੱਥੇ ਬੈਠੇ ਨੇ ਜਾਂ ਜਿਹੜੇ ਲੋਕ ਇੱਥੇ ਸੰਘਰਸ਼ ਕਰ ਰਹੇ ਆ, ਔਰ ਕਿੰਨੀਆਂ ਸਟੇਟਾਂ ਦੇ ਵਿੱਚੋਂ ਕਿੰਨੇ ਥਾਵਾਂ ਦੇ ਉੱਤੇ ਕਿੰਨਾ ਇਕੱਠ ਹੋ ਗਿਆ, ਕੀ ਉਹ ਗਲਤ ਨੇ ਮੰਨਦੇ? ਔਰ ਉਹਨਾਂ ਨੇ ਕਲੌਜ਼ ਬਾਈ ਕਲੌਜ਼ ਸਾਰੀ ਗੱਲ ਦੱਸੀ ਹੈ। ਸੋ ਇਹ ਨਹੀਂ ਹੁੰਦੀ ਗੱਲ, ਔਰ ਇਹ ਤਾਂ ਇੱਕ ਜ਼ਿੱਦ ਹੈ ਵੀ ਮੈਂ ਕਰਨਾ ਨਹੀਂ ਆ ਕੰਮ,
ਜਦੋਂ ਜ਼ਿੱਦ ਤੇ ਕੋਈ ਬੰਦਾ ਆ ਜੇ ਉਹ ਫਿਰ ਉਹ ਲੌਜਿਕ ਵਾਲੀ ਗੱਲ ਤਾਂ ਖਤਮ ਹੋ ਗਈ, ਕਿਉਂਕਿ ਲੌਜਿਕ ਦੀ ਗੱਲ ਤਾਂ ਉਹਨਾਂ ਨੇ ਸਾਰੀ ਗੱਲ ਦੱਸਤੀ। ਜਿੰਨੇ ਕਿਸਾਨ ਆਗੂਆਂ ਨੇ ਜਾਂ ਇੱਥੋਂ ਤੱਕ ਦੇਖੋ ਤੁਸੀਂ, ਮੈਂ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਕਲਿੱਪ ਦੇਖਦਾ, ਕਈ ਬਜ਼ੁਰਗ ਜਿਹੜੇ ਆਪਾਂ ਕਹਿੰਦੇ ਹਾਂ ਕਿ ਬਹੁਤ ਜ਼ਿਆਦਾ ਨਾ ਉਹ ਸਿਆਸੀ ਪੱਖ ਤੇ ਮਤਲਬ ਕੋਈ ਬੋਲਦੇ ਆ ਗੱਲ, ਸਧਾਰਨ ਜਿਹੜੇ ਇਨਸਾਨ ਨੇ ਖੇਤਾਂ 'ਚੋਂ ਕੰਮ ਕਰਦੇ ਇੱਥੇ ਆ ਗਏ, ਉਹਨਾਂ ਦੇ ਬਾਈ ਜੀ ਕਲਿੱਪ ਮੈਂ ਵੇਖੇ, ਔਰ ਐਸੀਆਂ ਕਮਾਲ ਦੀਆਂ ਉਹ ਲੌਜੀਕਲ ਗੱਲਾਂ ਕਰਦੇ ਆ, ਉਹ ਕੜਿੱਲ ਕੱਢ ਦਿੰਦੇ ਆ, ਕਿਉਂਕਿ ਉਹਨਾਂ ਨੂੰ ਹਰ ਚੀਜ਼ ਦਾ ਗਿਆਨ ਆ ਗਿਆ ਕਿ ਯਾਰ ਆਹ ਚੀਜ਼ਾਂ ਸਾਡੇ ਲਈ ਫਾਇਦੇਮੰਦ ਨੇ, ਆਹ ਚੀਜ਼ਾਂ ਫਾਇਦੇਮੰਦ ਨਹੀਂ ਹੈ। ਸੋ ਜਿਹੜੀ ਗੱਲ ਲੌਜਿਕ ਦੀ ਹੈ, ਲੌਜਿਕ ਦੇ ਉੱਤੇ ਜਿਹੜੀ ਗੱਲ ਆ ਉਹਨਾਂ ਨੇ ਹਰਾਈ ਹੈ। ਸਰਕਾਰ ਮੰਨੇ ਚਾਹੇ ਨਾ ਮੰਨੇ, ਉਹ ਤਾਂ ਕਿ ਜ਼ਿੱਦ ਹੈ, ਮੰਨਣਾ ਪਊਗਾ ਅਖੀਰ ਕਰ, ਕਿਉਂਕਿ ਜ਼ਿੱਦ ਜਿਹੜੀ ਹੈ ਉਹ ਜਿਵੇਂ ਜ਼ਿੱਦ ਜਿਹੜੀ ਹੁੰਦੀ ਹੈ ਨਾ ਉਹ ਬਹੁਤੀ ਦੇਰ ਨਹੀਂ ਚੱਲਦੀ ਹੁੰਦੀ, ਠੀਕ ਹੈ ਨਾ। ਹਾਂ, ਬਹੁਤ ਮਿਹਰਬਾਨੀ ਤੇ ਤੁਸੀਂ ਮੇਰੀ ਜਿਹੜੀ ਗੱਲ ਹੈ ਉਹ ਲੋਕਾਂ ਤੱਕ ਪਹੁੰਚਾਈ, ਸੋ ਬਹੁਤ ਮਿਹਰਬਾਨੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਾਈ ਮਨਪ੍ਰੀਤ ਟਿਵਾਣਾ ਹੁਣੀ ਅਕਸਰ ਮੁਲਾਕਾਤ ਹੋ ਜਾਂਦੀ ਹੈ ਬਾਈ ਹੁਣਾਂ ਦੇ ਨਾਲ, ਕਿਸਾਨੀ ਸੰਘਰਸ਼ ਦੇ ਵਿੱਚ ਵੀ ਜਾਂਦੇ ਰਹਿੰਦੇ ਨੇ, ਔਰ ਬਾਈ ਹੁਣੀ ਸਮੇਂ-ਸਮੇਂ ਤੇ ਸਿੰਘੂ ਬਾਰਡਰ ਤੇ ਦੂਜਿਆਂ ਸਟੇਜਾਂ ਤੇ ਵੀ ਹਾਜ਼ਰੀ ਲਵਾਉਂਦੇ ਰਹਿੰਦੇ ਆ। ਬਾਈ ਹੁਣੀ ਕਹਿ ਰਹੇ ਆ ਕਿ ਇਹ ਤਾਂ ਜਿੱਦ ਹੈ ਸਰਕਾਰ ਦੀ, ਔਰ ਕਿਸਾਨਾਂ ਦਾ ਜਿੱਦਾਂ ਪਿੰਡਾਂ ਦੇ ਵਿੱਚ ਮਾਹੌਲ ਹੈ, ਸ਼ਹਿਰਾਂ ਦੇ ਵਿੱਚ ਵੀ, ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਵੀ ਮਾਹੌਲ ਬਣ ਰਿਹਾ ਕਿਸਾਨਾਂ ਦੇ ਹੱਕ ਦੇ ਵਿੱਚ, ਤਾਂ ਇਹ ਕਹਿੰਦੇ ਕਿ ਵੱਡਾ ਬਦਲਾਅ ਵੀ ਆਇਆ ਔਰ ਸਰਕਾਰ ਨੂੰ ਯਕੀਨਨ ਤੌਰ ਤੇ ਕਾਨੂੰਨ ਰੱਦ ਕਰਨੇ ਹੀ ਪੈਣਗੇ। ਕੈਮਰਾਮੈਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਸਿੰਘੂ ਬਾਰਡਰ, ਦਿੱਲੀ।